ਕੀ ਤੁਸੀਂ ਜਾਣਦੇ ਹੋ ਕਿ ਹਵਾਈ ਜਹਾਜ਼ ਦਾ ਹਜ਼ਾਰਾਂ ਲੀਟਰ ਫਿਊਲ ਉਹਦੇ ਕਿਹੜੇ ਹਿੱਸੇ ਵਿੱਚ ਮਹਿਫੂਜ਼ ਕੀਤਾ ਜਾਂਦਾ ਹੈ? ਜਾਂ ਫਿਰ ਹਵਾਈ ਜਹਾਜ਼ ਵਿੱਚ ਸਭ ਤੋਂ ਅਖੀਰ ਤੇ ਸਵਾਰ ਹੋਣ ਵਾਲੇ ਮੁਸਾਫਿਰ ਨੂੰ ਕੀ ਫਾਇਦਾ ਮਿਲਦਾ ਹੈ? ਹਵਾਈ ਜਹਾਜ਼ ਦੀਆਂ ਖਿੜਕੀਆਂ ਬੇਜ਼ਵੀ ਸ਼ਕਲ ਦੀਆਂ ਹੀ ਕਿਉਂ ਹੁੰਦੀਆਂ ਨੇ? ਯਾਨੀ ਕਿ ਹਵਾਈ ਜਹਾਜ਼ ਦੇ ਸ਼ੀਸ਼ੇ ਆਂਡੇ ਦੀ ਸ਼ਕਲ ਦੇ ਕਿਉਂ ਲਾਏ ਜਾਂਦੇ ਨੇ? ਜਹਾਜ਼ ਵਿੱਚ ਮੌਜੂਦ ਦੋ ਪਾਇਲਟਸ ਨੂੰ ਵੱਖਰੀ ਤਰ੍ਹਾਂ ਦਾ ਖਾਣਾ ਕਿਉਂ ਦਿੱਤਾ ਜਾਂਦਾ ਹੈ? ਦੋਵੇਂ ਪਾਇਲਟਸ ਇੱਕੋ ਤਰ੍ਹਾਂ ਦਾ ਖਾਣਾ ਕਿਉਂ ਨਹੀਂ ਖਾ ਸਕਦੇ? ਜਹਾਜ਼ ਦੀਆਂ ਸੀਟਾਂ ਦਾ ਰੰਗ ਨੀਲਾ ਹੀ ਕਿਉਂ ਹੁੰਦਾ ਹੈ? ਕੁਝ ਅਜਿਹੇ ਸਵਾਲਾਂ ਦੇ ਦਿਲਚਸਪ ਜਵਾਬ ਜਾਣਨ ਲਈ ਤੁਸੀਂ ਵੇਖ ਰਹੇ ਹੋ ਜੀਓਗ੍ਰਾਫਿਕ ਪੰਜਾਬੀ ਦੀ ਅੱਜ ਦੀ ਡਾਕੂਮੈਂਟਰੀ। ਜੀਓਗ੍ਰਾਫਿਕ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲੇ ਤੁਹਾਨੂੰ ਦੱਸਦੇ ਹਾਂ ਐਰੋਪਲੇਨ ਲੈਬੋਰੇਟਰੀ ਯਾਨੀ ਕਿ ਜਹਾਜ਼ ਦਾ ਵਾਸ਼ਰੂਮ, ਜਿਹਨੂੰ ਅਸੀਂ ਪੰਜਾਬੀ 'ਚ ਸੁਕਾਵਾ ਵੀ ਕਹਿੰਦੇ ਹਾਂ। ਜਦੋਂ ਵੀ ਅਸੀਂ ਕਿਤੇ ਵਾਸ਼ਰੂਮ ਇਸਤੇਮਾਲ ਕਰਨੇ ਆ ਤੇ ਉਹਦਾ ਦਰਵਾਜ਼ਾ ਅੰਦਰੋਂ ਬੰਦ ਕਰਨੇ ਆ, ਪਰ ਹਵਾਈ ਜਹਾਜ਼ ਵਿੱਚ ਇੰਜ ਨਹੀਂ ਹੁੰਦਾ। ਦਰਵਾਜ਼ਾ ਭਾਵੇਂ ਅੰਦਰੋਂ ਬੰਦ ਕਰ ਲਈਏ, ਪਰ ਕਿਉਂਕਿ ਜਹਾਜ਼ ਵਿੱਚ ਜਾਣ ਵਾਲਾ ਖੁਦਾ ਨਾ ਖਾਸਤਾ ਵਾਸ਼ਰੂਮ ਵਿੱਚ ਬੇਹੋਸ਼ ਹੋ ਜਾਵੇ ਜਾਂ ਉਹਨੂੰ ਚੱਕਰ ਆ ਜਾਵੇ ਤੇ ਉਹਦੀ ਹਿਫਾਜ਼ਤ ਲਈ ਤੇ ਜਹਾਜ਼ ਦਾ ਅਮਲਾ ਬਾਹਰੋਂ ਲੈਬੋਰੇਟਰੀ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ, ਜਿਹੜਾ ਕਿ ਅਮਲੇ ਤੋਂ ਵੱਖ ਹੋਰ ਕਿਸੇ ਨੂੰ ਪਤਾ ਨਹੀਂ ਹੁੰਦਾ ਉਸ ਦਰਵਾਜ਼ੇ ਨੂੰ ਖੋਲ੍ਹਣ ਦਾ ਲੌਕ। ਕਿਉਂਕਿ ਹਵਾਈ ਜਹਾਜ਼ ਦੇ ਵਾਸ਼ਰੂਮ ਵਿੱਚ ਜਾਣ ਤੋਂ ਬਾਅਦ ਤੁਸੀਂ ਗੈਰ ਮਹਿਫੂਜ਼ ਹੁੰਦੇ ਹੋ, ਇਸ ਲਈ ਇਹ ਹਿਫਾਜ਼ਤੀ ਬੈਰੂਨੀ ਲੌਕ ਰੱਖਿਆ ਗਿਆ ਹੈ। ਬਜ਼ਾਹਿਰੀ ਤੌਰ ਤੇ ਇਸ ਦਰਵਾਜ਼ੇ ਨੂੰ ਬਾਹਰੋਂ ਕੋਈ ਹੈਂਡਲ ਜਾਂ ਲੌਕ ਨਹੀਂ ਹੁੰਦਾ। ਹੁਣ ਗੱਲ ਕਰਨੇ ਆ ਜਹਾਜ਼ ਜਿਸ ਵੇਲੇ ਉਚਾਈ ਤੇ ਉੱਡ ਰਿਹਾ ਹੁੰਦਾ ਹੈ ਤੇ ਉਹਦੀਆਂ ਲਾਈਟਾਂ ਨਿੰਮੀਆਂ ਕਿਉਂ ਰੱਖੀਆਂ ਜਾਂਦੀਆਂ ਨੇ, ਯਾਨੀ ਕਿ ਡਿਮ ਲਾਈਟਸ ਕਿਉਂ ਰੱਖੀਆਂ ਜਾਂਦੀਆਂ ਨੇ? ਇਹਦੀ ਬਾਕਾਇਦਾ ਤੌਰ ਤੇ ਇੱਕ ਸਾਈਕੋਲੋਜੀਕਲੀ ਵਜ੍ਹਾ ਹੈ। ਉਹ ਇਸ ਲਈ ਕਿ ਖੁਦਾ ਨਾ ਖਾਸਤਾ ਕਿਤੇ ਹੰਗਾਮੀ ਤੌਰ ਤੇ ਜਹਾਜ਼ ਨੂੰ ਲੈਂਡ ਕਰਨਾ ਪਵੇ ਜਾਂ ਕੋਈ ਹਾਦਸਾ ਦਰਪੇਸ਼ ਆ ਜਾਵੇ ਤੇ ਬਾਹਰ ਤੁਸੀਂ ਸਹੀ ਤਰ੍ਹਾਂ ਵੇਖ ਸਕੋ। ਉਸੇ ਤਰ੍ਹਾਂ ਹੀ ਜਿੰਨੀਆਂ ਨਿੰਮੀਆਂ ਲਾਈਟਾਂ ਵਿੱਚ ਅੰਦਰੋਂ ਤੁਸੀਂ ਵੇਖ ਰਹੇ ਹੋ, ਉਸੇ ਤਰ੍ਹਾਂ ਹੀ ਤੁਸੀਂ ਬਾਹਰ ਵੀ ਵੇਖ ਸਕਦੇ ਹੋ। ਇਸ ਤੋਂ ਵੱਖ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਰ ਵਾਰੀ ਜਦੋਂ ਜਹਾਜ਼ ਦੀਆਂ ਬੱਤੀਆਂ ਨਿੰਮੀਆਂ ਕੀਤੀਆਂ ਜਾਣ ਤੇ ਇਹਦਾ ਮਕਸਦ ਇਹ ਨਹੀਂ ਹੈ ਕਿ ਖੁਦਾ ਨਾ ਖਾਸਤਾ ਇਸ ਜਹਾਜ਼ ਨੂੰ ਕੋਈ ਹਾਦਸਾ ਦਰਪੇਸ਼ ਆ ਗਿਆ ਹੈ ਜਾਂ ਇਹ ਐਮਰਜੈਂਸੀ ਲੈਂਡਿੰਗ ਕਰਨ ਲੱਗਾ ਹੈ, ਬਲਕਿ ਜਹਾਜ਼ 'ਚ ਇਸਤੇਮਾਲ ਹੋਣ ਵਾਲੀ ਐਨਰਜੀ ਨੂੰ ਬਚਾਉਣ ਵਾਸਤੇ ਵੀ ਅਕਸਰ ਲਾਈਟਾਂ ਡਿਮ ਕਰ ਦਿੱਤੀਆਂ ਜਾਂਦੀਆਂ ਨੇ। ਬੱਤੀਆਂ ਨਿੰਮੀਆਂ ਕਰਨ ਦਾ ਮਕਸਦ ਇਹ ਵੀ ਹੁੰਦਾ ਹੈ ਕਿ ਅੱਗੇ ਖੁਦਾ ਨਾ ਖਾਸਤਾ ਕੋਈ ਛੋਟਾ-ਮੋਟਾ ਹਾਦਸਾ ਹੋ ਸਕਦਾ ਹੈ ਜਾਂ ਕੋਈ ਐਸਾ ਇਲਾਕਾ ਆ ਰਿਹਾ ਹੈ ਜਿੱਥੇ ਐਮਰਜੈਂਸੀ ਲੈਂਡਿੰਗ ਕਰਨੀ ਪੈ ਜਾਵੇਗੀ। ਇਸ ਲਈ ਜਹਾਜ਼ ਵਿੱਚ ਸਫ਼ਰ ਕਰਦਿਆਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਜਦੋਂ ਵੀ ਬੱਤੀਆਂ ਮੱਧਮ ਹੋਣ ਤੇ ਤੁਸੀਂ ਸੌਣਾ ਨਹੀਂ ਬਲਕਿ ਹੁਸ਼ਿਆਰ ਹੋ ਕੇ ਬਹਿ ਜਾਣਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਜਹਾਜ਼ ਵਿੱਚ ਸੀਟਾਂ ਦਾ ਰੰਗ ਨੀਲਾ ਹੀ ਕਿਉਂ ਹੁੰਦਾ ਹੈ। ਅਸਲ ਵਿੱਚ ਨੀਲਾ ਰੰਗ ਅੱਖਾਂ ਨੂੰ ਸਕੂਨ ਤੇ ਰਾਹਤ ਦਿੰਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਹਵਾਈ ਜਹਾਜ਼ ਤੇ ਹਸਪਤਾਲਾਂ ਵਿੱਚ ਇਸਤੇਮਾਲ ਹੋਣ ਵਾਲੇ ਪਰਦੇ ਜਾਂ ਬੈੱਡ ਸ਼ੀਟਾਂ ਦਾ ਰੰਗ ਨੀਲਾ ਹੁੰਦਾ ਹੈ ਤਾਂ ਕਿ ਤੁਸੀਂ ਆਪਣਾ ਸਫ਼ਰ ਸਕੂਨ ਨਾਲ ਕਰ ਸਕੋ ਤੇ ਤੁਹਾਡਾ ਆਲ ਦੁਆਲਾ ਅੱਖਾਂ ਨੂੰ ਸਕੂਨ ਦੇਣ ਵਾਲੇ ਰੰਗ ਨੂੰ ਵੇਖੇ। ਜਿਹੜੇ ਦੋਸਤ ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਨੇ, ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਹਾਜ਼ ਵਿੱਚ ਕਦੀ-ਕਦਾਰ ਕੰਬਣੀ ਜੀ ਆ ਜਾਂਦੀ ਹੈ, ਯਾਨੀ ਕਿ ਵਾਈਬ੍ਰੇਟ ਹੋਣ ਲੱਗ ਪੈਂਦਾ ਹੈ ਤੇ ਜਹਾਜ਼ ਜਦੋਂ ਬੱਦਲਾਂ ਵਿੱਚੋਂ ਗੁਜ਼ਰਦਾ ਹੈ, ਯਕੀਨੀ ਤੌਰ ਤੇ ਇਹਦੇ ਤੇ ਅਸਮਾਨੀ ਬਿਜਲੀ ਵੀ ਡਿੱਗਦੀ ਹੋਵੇਗੀ। ਬਲਕਿ ਇਹ 100% ਸੱਚ ਹੈ ਕਿ ਜਹਾਜ਼ ਤੇ ਬਹੁਤ ਜ਼ਿਆਦਾ ਅਸਮਾਨੀ ਬਿਜਲੀ ਡਿੱਗਦੀ ਹੈ, ਪਰ ਇਹਦੇ ਨਾਲ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹਦੇ ਉੱਤੇ ਹੋਇਆ ਰੰਗ ਤੇ ਜਹਾਜ਼ ਵਿੱਚ ਇਸਤੇਮਾਲ ਹੋਣ ਵਾਲਾ ਮੈਟਲ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਅਸਮਾਨੀ ਬਿਜਲੀ ਨੂੰ ਆਪਣੇ ਅੰਦਰ 70% ਜਜ਼ਬ ਕਰ ਲੈਂਦਾ ਹੈ ਤੇ 30% ਰਿਫਲੈਕਟ ਕਰ ਦਿੰਦਾ ਹੈ, ਜਿਹਦੇ ਨਾਲ ਜਹਾਜ਼ ਵਿੱਚ ਬੈਠੇ ਕਿਸੇ ਵੀ ਮੁਸਾਫਰ ਨੂੰ ਇਹ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਕਿ ਇਹਦੇ ਉੱਤੇ ਕੋਈ ਬਿਜਲੀ ਡਿੱਗੀ ਹੈ। ਹਾਂ, ਅਲਬੱਤਾ ਇਸ ਉਚੇਚੇ ਰੰਗ ਨੂੰ ਬਣਾਉਣ ਲਈ ਹਜ਼ਾਰਾਂ ਡਾਲਰ ਦਾ ਖਰਚਾ ਆਉਂਦਾ ਹੈ। ਜੇ ਤੁਸੀਂ ਹਵਾਈ ਜਹਾਜ਼ ਦਾ ਸਫ਼ਰ ਕੀਤਾ ਹੈ ਤੇ ਤੁਹਾਨੂੰ ਪਤਾ ਹੀ ਹੋਏਗਾ
ਕਿ ਜਹਾਜ਼ ਦੇ ਚੱਲਣ ਦੌਰਾਨ ਇੱਕ ਨਿੰਮਾ ਜਿਹਾ ਸਾਊਂਡ ਚੱਲਦਾ ਰਹਿੰਦਾ ਹੈ। ਕਈ ਵਾਰੀ ਇਹ ਸੀਟ ਬੈਲਟ ਬੰਦ ਕਰਨ ਤੇ ਖੋਲ੍ਹਣ ਲੱਗਿਆਂ ਵੱਜਦਾ ਹੈ, ਜਾਂ ਕਿਸੇ 에ਅਰ ਹੋਸਟੈਸ ਨੂੰ ਤੁਸੀਂ ਬੁਲਾਉਣਾ ਹੋਵੇ ਤੇ ਇਹ ਸਾਊਂਡ ਚਲਾਉਂਦੇ ਹੋ। ਪਰ ਜੋ ਜਹਾਜ਼ ਦਾ ਕਰੂ ਕੈਬਨ ਹੁੰਦਾ ਹੈ ਉਹਦੇ ਵਿੱਚ ਗੱਲ ਕਰਨ ਲਈ ਇਸ਼ਾਰੇ ਇਸਤੇਮਾਲ ਕੀਤੇ ਜਾਂਦੇ ਨੇ, ਨਾ ਕਿ ਬੋਲਿਆ ਜਾਂਦਾ ਹੈ। ਔਰ ਇਸੇ ਤਰ੍ਹਾਂ ਸਾਊਂਡ ਦੀ ਜ਼ੁਬਾਨ ਵਿੱਚ ਹੀ ਕਮਿਊਨੀਕੇਟ ਕੀਤਾ ਜਾਂਦਾ ਹੈ। ਹਰ ਇੱਕ 에ਅਰਲਾਈਨ ਦਾ ਸਾਊਂਡ ਕੋਡ ਮੁਖਤਲਿਫ ਹੁੰਦਾ ਹੈ, ਇਸ ਲਈ ਕਿਸੇ ਮੁਸਾਫਿਰ ਵਾਸਤੇ ਵੀ ਇਹ ਮੁਮਕਿਨ ਨਹੀਂ ਕਿ ਉਹ ਸਾਊਂਡ ਕੋਡ ਨੂੰ ਸਮਝ ਸਕੇ, ਸਿਵਾਏ ਉਹਨਾਂ ਲੋਕਾਂ ਦੇ ਜੋ ਕੰਪਨੀ ਵਿੱਚ ਕੰਮ ਕਰਦੇ ਨੇ। ਦੋਸਤੋ, ਸਭ ਤੋਂ ਅਖੀਰ ਵਿੱਚ ਜਹਾਜ਼ ਤੇ ਸਵਾਰ ਹੋਣ ਲਈ ਆਖਰੀ ਮਰਹਲਾ ਬੋਰਡਿੰਗ ਲਾਸਟ ਹੁੰਦਾ ਹੈ। ਜਹਾਜ਼ ਤੇ ਸਵਾਰ ਹੋਣ ਲਈ ਬਕਾਇਦਾ ਇੱਕ ਪ੍ਰੋਸੀਜਰ ਹੁੰਦਾ ਹੈ। ਸਭ ਤੋਂ ਪਹਿਲੇ ਤੁਸੀਂ ਟਿਕਟ ਖਰੀਦਦੇ ਹੋ, ਫਿਰ 에ਅਰਪੋਰਟ ਤੇ ਪਹੁੰਚ ਕੇ ਆਪਣੀ ਸਿਕਿਉਰਿਟੀ ਕਲੀਅਰੈਂਸ ਕਰਵਾਉਂਦੇ ਹੋ, ਫਿਰ ਤੁਹਾਨੂੰ ਬੋਰਡਿੰਗ ਪਾਸ ਮਿਲਦਾ ਹੈ। ਪਾਸ ਤੇ ਤੁਹਾਡਾ ਸੀਟ ਨੰਬਰ ਲਿਖਿਆ ਹੁੰਦਾ ਹੈ ਤੇ ਇੱਕ ਖਾਸ ਦਰਵਾਜ਼ੇ ਤੋਂ ਤੁਸੀਂ ਗੁਜ਼ਰਦੇ ਹੋ, ਜਿੱਥੇ ਤੁਹਾਡਾ ਜਹਾਜ਼ ਆ ਕੇ ਰੁਕਦਾ ਹੈ ਤੇ ਤੁਸੀਂ ਉਹਦੇ ਵਿੱਚ ਸਵਾਰ ਹੁੰਦੇ ਹੋ। ਪਰ ਅਕਸਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਜਹਾਜ਼ ਵਿੱਚ ਸਵਾਰ ਹੋਣ ਲਈ ਕਾਹਲੀ ਨਾਲ ਜਾਂਦੇ ਹੋ ਤੇ ਉੱਥੇ ਬਹੁਤ ਜ਼ਿਆਦਾ ਰਸ਼ ਹੋਣ ਕਾਰਨ ਤੁਹਾਨੂੰ ਇੱਕ ਲੰਮੀ ਲਾਈਨ ਦੀ ਅਜ਼ੀਅਤ ਚੁੱਕਣੀ ਪੈਂਦੀ ਹੈ। ਇਸ ਝੰਜਟ ਤੋਂ ਬਚਣ ਲਈ ਸਭ ਤੋਂ ਆਖਰ ਵਿੱਚ ਬੋਰਡਿੰਗ ਕਰੋ। ਤੁਸੀਂ ਵੇਖਦੇ ਹੋ ਕਿ ਜਦੋਂ ਇਹ ਪੂਰੀ ਲਾਈਨ ਖਤਮ ਹੋ ਗਈ ਹੈ ਤੇ ਆਖਰੀ ਪੈਸੇਂਜਰ ਸਵਾਰ ਹੋ ਰਿਹਾ ਹੈ ਤੇ ਦੌੜ ਕੇ ਜਹਾਜ਼ ਵੱਲ ਜਾਓ। ਇਹ ਨਾ ਹੋਵੇ ਕਿ ਤੁਹਾਡੀ ਸੁਸਤੀ ਦਾ ਕਰਕੇ ਜਹਾਜ਼ ਹੀ ਉਡਾਨ ਭਰ ਜਾਵੇ। ਇਸ ਗੱਲ ਦੀ ਫਿਕਰ ਨਹੀਂ ਕਰਨੀ ਕਿ ਜਿਵੇਂ ਤੁਹਾਡੀ ਸੀਟ ਮੱਲੀ ਜਾਏਗੀ। ਨਹੀਂ, ਤੁਹਾਡੀ ਸੀਟ ਤੇ ਕੋਈ ਨਹੀਂ ਬਹਿ ਸਕਦਾ। ਹਰ ਬੰਦਾ ਆਪੋ ਆਪਣੀ ਸੀਟ ਤੇ ਬਹਿੰਦਾ ਹੈ, ਉਹ ਭਾਵੇਂ ਪਹਿਲੇ ਜਾਵੇ ਜਾਂ ਅਖੀਰ ਵਿੱਚ। ਕੀ ਤੁਸੀਂ ਜਾਣਦੇ ਹੋ ਕਿ ਜਹਾਜ਼ ਦੀਆਂ ਬਾਰੀਆਂ ਬੇਜ਼ਵੀ ਸ਼ਕਲ ਵਿੱਚ ਕਿਉਂ ਹੁੰਦੀਆਂ ਨੇ? ਆਂਡੇ ਦੇ ਰੂਪ ਵਿੱਚ। ਇਹਨਾਂ ਨੂੰ ਚੁਨੁਕਰੀਆਂ ਜਾਂ ਗੋਲ ਕਿਉਂ ਨਹੀਂ ਬਣਾਇਆ ਜਾਂਦਾ? ਇਹ ਹਵਾ ਦੇ ਪ੍ਰੈਸ਼ਰ ਦਾ ਕਰਕੇ ਕੀਤਾ ਜਾਂਦਾ ਹੈ। ਚੌਕੋਰ ਜਾਂ ਮੁਕੰਮਲ ਗੋਲ ਬਾਰੀ ਦੇ ਟੁੱਟਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਮਾਜ਼ੀ ਵਿੱਚ ਐਸੇ ਕਈ ਵਾਕਿਆਤ ਹੋ ਚੁੱਕੇ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਜਹਾਜ਼ ਦੀਆਂ ਬਾਰੀਆਂ ਆਂਡੇ ਦੀ ਸ਼ਕਲ ਦੀਆਂ ਬਣਾਈਆਂ ਜਾਂਦੀਆਂ ਨੇ, ਕਿਉਂਕਿ ਉਹਨਾਂ ਤੇ ਹਵਾ ਦਾ ਦਬਾਅ ਉਨਾ ਜ਼ਿਆਦਾ ਨਹੀਂ ਆਉਂਦਾ। ਯਕੀਨਨ ਤੁਸੀਂ ਇਸ ਗੱਲ ਤੋਂ ਲਾ ਇਲਮ ਹੋਵੋਗੇ ਕਿ ਜਹਾਜ਼ ਵਿੱਚ ਮੌਜੂਦ 2 ਪਾਇਲਟਸ ਨੂੰ ਵੱਖਰੀ ਤਰ੍ਹਾਂ ਦਾ ਖਾਣਾ ਕਿਉਂ ਦਿੱਤਾ ਜਾਂਦਾ ਹੈ। ਉਹਦੀ ਵਜ੍ਹਾ ਇਹ ਵੇ ਕਿ ਰੱਬ ਨਾ ਕਰੇ ਜੇ ਇੱਕ ਪਾਇਲਟ ਨੂੰ ਖਾਣੇ ਦੀ ਵਜ੍ਹਾ ਤੋਂ ਕੋਈ ਮਸਲਾ ਬਣੇ ਤੇ ਦੂਸਰਾ ਮਹਿਫੂਜ਼ ਰਵੇ। ਇਸ ਕਰਕੇ ਦੋਵਾਂ ਪਾਇਲਟਸ ਨੂੰ ਵੱਖਰਾ ਵੱਖਰਾ ਖਾਣਾ ਦਿੱਤਾ ਜਾਂਦਾ ਹੈ ਤਾਂ ਕਿ ਬਦਹਜ਼ਮੀ ਜਾਂ ਕਿਸੇ ਮਸਲੇ ਦੀ ਸੂਰਤ ਵਿੱਚ ਇੱਕ ਪਾਇਲਟ ਤੰਦਰੁਸਤ ਰਵੇ। ਇਹ ਬਹੁਤ ਘੱਟ ਹੁੰਦਾ ਹੈ ਕਿ 2 ਪਾਇਲਟਸ ਦੀ ਇੱਕੋ ਟਾਈਮ ਵਿੱਚ ਤਬੀਅਤ ਖਰਾਬ ਹੋਵੇ। ਅਖੀਰ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਹਵਾਈ ਜਹਾਜ਼ ਦਾ ਫਿਊਲ ਕਿੱਥੇ ਮਹਿਫੂਜ਼ ਕੀਤਾ ਜਾਂਦਾ ਹੈ। ਹਵਾਈ ਜਹਾਜ਼ ਦਾ ਫਿਊਲ ਇਹਨਾਂ ਦੇ ਵਿੰਗਸ ਯਾਨੀ ਕਿ ਪਰਾਂ ਵਿੱਚ ਮਹਿਫੂਜ਼ ਕੀਤਾ ਜਾਂਦਾ ਹੈ। ਉਹਦੀ ਖਾਸ ਵਜ੍ਹਾ ਇਹ ਵੀ ਹੈ ਕਿ ਜਹਾਜ਼ ਦਾ ਤਵਾਜ਼ਨ ਬਰਕਰਾਰ ਰਹਿੰਦਾ ਹੈ, ਯਾਨੀ ਕਿ ਬੈਲੈਂਸਡ ਰਹਿੰਦਾ ਹੈ, ਕਿਉਂਕਿ ਪ੍ਰਵਾਜ਼ ਦੇ ਦੌਰਾਨ 에ਅਰਕ੍ਰਾਫਟ ਕੰਪਨੀਆਂ ਇਹ ਬਿਹਤਰ ਸਮਝਦੀਆਂ ਨੇ ਕਿ ਪ੍ਰਵਾਜ਼ ਦੇ ਦੌਰਾਨ ਜਹਾਜ਼ ਦਾ ਤਵਾਜ਼ਨ ਕਿੰਜ ਰੱਖਿਆ ਜਾ ਸਕਦਾ ਹੈ। ਇਸ ਲਈ ਉਹ ਜਹਾਜ਼ ਦੇ ਪਰਾਂ ਵਿੱਚ ਫਿਊਲ ਟੈਂਕਰ ਬਣਾ ਦਿੰਦੇ ਨੇ ਜਿਨ੍ਹਾਂ ਵਿੱਚ ਤੇਲ ਮਹਿਫੂਜ਼ ਕੀਤਾ ਜਾਂਦਾ ਹੈ। ਨੰਬਰ 2, ਹਵਾਈ ਜਹਾਜ਼ ਵਿੱਚ ਮੁਸਾਫਰਾਂ ਦੇ ਬਹਿਣ ਵਾਲੀ ਥਾਂ ਤੇ ਕਾਰਗੋ ਵਾਲੇ ਹਿੱਸੇ ਜਾਂ ਕਰੂ ਕੇਬਨ ਦੇ ਬਾਹਰ ਐਸੀ ਕੋਈ ਥਾਂ ਨਹੀਂ ਹੁੰਦੀ ਜਿੱਥੇ ਫਿਊਲ ਮਹਿਫੂਜ਼ ਕੀਤਾ ਜਾ ਸਕੇ। ਜਹਾਜ਼ ਵਿੱਚ ਕੁਝ ਖੁਫੀਆ ਚੈਂਬਰ ਵੀ ਹੁੰਦੇ ਨੇ। ਉਹ ਇਸ ਲਈ ਬਣਾਏ ਜਾਂਦੇ ਨੇ ਕਿ ਕਰੂ ਮੈਂਬਰ ਜਾਂ ਪਾਇਲਟ ਜਦੋਂ ਆਰਾਮ ਕਰਨਾ ਚਾਹਵੇ ਤੇ ਉਹ ਜਾ ਕੇ ਉਸ ਚੈਂਬਰ ਵਿੱਚ ਆਰਾਮ ਕਰ ਸਕਦਾ ਹੈ। ਇਹਨਾਂ ਚੈਂਬਰਸ ਦਾ ਮੁਸਾਫਰਾਂ ਵਿੱਚੋਂ ਕਿਸੇ ਨੂੰ ਪਤਾ ਨਹੀਂ ਹੁੰਦਾ ਸਿਵਾਏ ਕਰੂ ਮੈਂਬਰ ਦੇ। ਇਸ ਤੋਂ ਵੱਖ ਇੱਕ ਹੋਰ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਪਾਇਲਟ ਜਾਂ ਕਰੂ ਮੈਂਬਰ ਜਦੋਂ ਆਰਾਮ ਕਰ ਰਿਹਾ ਹੁੰਦਾ ਹੈ ਤੇ ਉਹਦੀ ਜਗ੍ਹਾ ਤੇ ਮੁਤਬਾਦਲ ਬੰਦਾ ਕੰਮ ਸੰਭਾਲ ਲੈਂਦਾ ਹੈ। ਇਹਨਾਂ ਕੈਬਨਸ ਦੇ ਦਰਵਾਜ਼ੇ ਉੱਥੇ ਰੱਖੇ ਜਾਂਦੇ ਨੇ ਜਿੱਥੇ ਆਮ ਸਵਾਰੀਆਂ ਦਾ ਲਾਂਘਾ ਟਾਪਾ ਨਹੀਂ ਹੁੰਦਾ। ਜੀਓਗ੍ਰਾਫਿਕ ਪੰਜਾਬੀ ਦੀ ਅੱਜ ਦੀ ਡਾਕੂਮੈਂਟਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਆਪਣੇ ਕਮੈਂਟ ਰਾਹੀਂ ਆਪਣੇ ਵਿਚਾਰ ਸਾਂਝੇ ਕਰੋ। ਜੇ ਤੁਸੀਂ ਕਿਸੇ ਤਾਰੀਖੀ ਵਾਕਿਏ ਜਾਂ ਇਮਾਰਤ, ਮੁਲਕ ਜਾਂ ਕਿਸੇ ਜਨੌਰ ਜਾਂ ਜੰਗਲ ਬਾਰੇ ਜਾਣਨਾ ਚਾਹੁੰਦੇ ਹੋ ਤੇ ਕਮੈਂਟ ਰਾਹੀਂ ਜ਼ਰੂਰ
ਦੱਸ ਪਾਓ, ਅਸੀਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿਆਂਗੇ। ਜੀਓਗ੍ਰਾਫਿਕ ਪੰਜਾਬੀ, ਦੁਨੀਆ ਵਿੱਚ ਵਸਦੇ ਸਮੂਹ ਪੰਜਾਬੀਆਂ ਦਾ ਮਾਲੂਮਾਤੀ ਚੈਨਲ।